ਹੈਲੋ ਸਟੂਡੈਂਟਸ ਐਨ ਕੋਚਿੰਗ ਹੱਬ ਦੇ ਵਿੱਚ ਤੁਹਾਡਾ ਸਵਾਗਤ ਹੈ। ਪਿਛਲੀ ਵੀਡੀਓ ਦੇ ਵਿੱਚ ਆਪਾਂ ਕੀਤਾ ਸੀ ਆਫਿਸ ਮੈਨੇਜਮੈਂਟ ਦੇ ਚੈਪਟਰ 6 ਦੇ 3 ਮਾਰਕਸ ਵਾਲੇ ਕੁਐਸਚਨ 1 ਤੋਂ 5 ਤੱਕ। ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਆਪਾਂ 6 ਤੋਂ 12 ਤੱਕ, ਜਿਸ ਦੇ ਵਿੱਚ ਤੁਹਾਡੇ 3 ਮਾਰਕਸ ਦੇ ਕੁਐਸਚਨ ਹੈ ਜੋ ਕੰਪਲੀਟ ਹੋ ਜਾਣਗੇ। ਚਲੋ ਸ਼ੁਰੂ ਕਰਦੇ ਹਾਂ। क्वेश्चन शुरू करने तो पहला स्टूडेंट्स मैं तुहानू एक रिक्वेस्ट करना चाहूँगी, मेरे चैनल को लाइक करना, शेयर करना, सबसक्राइब करना ना भूलना। तो हाँ, जो स्टूडेंट्स मेरे चैनल पर नहीं हैं वो मेरे चैनल को सबसक्राइब जरूर कर देना। चलो शुरू करते हैं 6 क्वेश्चन तो, जिस चैप्टर का नाम है पत्र विहार। पत्र विहार ਦੇ ਵਿੱਚ ਆਪਾਂ ਪੱਤਰ ਵਾਲੇ ਪੜਾਂਗੇ ਕਿ ਆਪਾਂ ਵੱਖ-ਵੱਖ ਕਿਸਮਾਂ ਚੱਲ ਰਹੀਆਂ ਹਨ ਪੱਤਰ ਦੀਆਂ ਕਿ ਕਿਸ ਟਾਈਪ ਦੇ ਜਿਹੜੇ ਪੱਤਰ ਹੁੰਦੇ ਆ। ਤਾਂ ਇਸ ਕੁਐਸਚਨ ਵਿੱਚ ਕਰਦੇ ਹਾਂ ਮੁਆਫੀ ਅਤੇ ਸਮਾਯੋਜਨ ਪੱਤਰ ਤੋਂ ਕੀ ਭਾਵ ਹੈ। ਸਭ ਤੋਂ ਪਹਿਲਾਂ ਹੈ ਮੁਆਫੀ ਪੱਤਰ। ਇਸ ਕਿਸਮ ਦੇ ਪੱਤਰ ਲੇਖਕ ਭਾਵ ਜਿਸ ਕੰਪਨੀ ਦੁਆਰਾ ਲਿਖੇ ਜਾ ਰਹੇ ਹਨ ਵੱਲੋਂ ਕਿਸੇ ਗਾਹਕ ਨੂੰ ਮਾਫੀ ਦੇ ਵਜੋਂ ਲਿਖੇ ਜਾਂਦੇ ਹਨ, ਅਰਥਾਤ ਕੰਪਨੀ ਵਾਲੇ ਵੱਲੋਂ ਕਿਸੇ ਕਸਟਮਰ ਤੋਂ ਮਾਫੀ ਮੰਗੀ ਜਾਂਦੀ ਹੈ। ਇਸ ਵਿੱਚ ਕੰਪਨੀ ਦੁਆਰਾ ਕਿਸੇ ਕਿਸਮ ਦੀ ਹੋਈ ਗਲਤੀ, ਜਿਵੇਂ ਪ੍ਰੋਡਕਟ ਦਾ ਦੇਰੀ ਨਾਲ ਪਹੁੰਚਣਾ, ਪ੍ਰੋਡਕਟ ਦਾ ਖਰਾਬ ਹੋਣਾ ਆਦਿ ਲਈ ਮਾਫੀ ਜ਼ਾਹਿਰ ਕੀਤੀ ਜਾਂਦੀ ਹੈ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦਾ ਯਕੀਨ ਦਿਵਾਇਆ ਜਾਂਦਾ ਹੈ। ਅਰਥਾਤ ਕੰਪਨੀ ਇਹ ਕਹਿੰਦੀ ਹੈ ਕਿ ਇਸ ਵਿੱਚ ਤੁਹਾਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਏਗੀ ਤੇ ਕੰਪਨੀ ਵੱਲੋਂ ਕੋਸ਼ਿਸ਼ ਕੀਤੀ ਜਾਏਗੀ ਇਸ ਪ੍ਰਕਾਰ ਦੀ ਦਿੱਕਤ ਤੁਹਾਨੂੰ ਅੱਗੇ ਤੋਂ ਪੇਸ਼ ਨਾ ਆਵੇ। ਸੈਕਿੰਡ ਟਾਈਪ ਹੈ ਸਮਾਯੋਜਨ ਪੱਤਰ। ਸਮਾਯੋਜਨ ਪੱਤਰ ਕੀ ਹੁੰਦਾ ਹੈ? ਆਮ ਤੌਰ 'ਤੇ ਜਦੋਂ ਅਸੀਂ ਕਿਸੇ ਗ੍ਰਾਹਕ ਦੁਆਰਾ ਕਿਸੇ ਕੰਪਨੀ ਨੂੰ ਆਪਣੀ ਸ਼ਿਕਾਇਤ ਜਾਂ ਕਲੇਮ ਲਈ ਪੱਤਰ ਭੇਜਿਆ ਜਾਂਦਾ ਹੈ ਤਾਂ ਇਸ ਸ਼ਿਕਾਇਤ ਦਾ ਨਿਪਟਾਰਾ ਕਰਨ ਤੋਂ ਬਾਅਦ ਪ੍ਰਤੀਕਿਰਿਆ ਵਜੋਂ ਕੰਪਨੀ ਦੁਆਰਾ ਸਮਾਯੋਜਨ ਪੱਤਰ ਭੇਜਿਆ ਜਾਂਦਾ ਹੈ। ਅਰਥਾਤ ਜਿਵੇਂ ਹੁਣ ਸ਼ਿਕਾਇਤ ਹੋਵੇਗੀ ਤਾਂ ਸ਼ਿਕਾਇਤ ਤੋਂ ਬਾਅਦ ਜਦੋਂ ਉਸ ਦਾ ਹੱਲ ਕੀਤਾ ਜਾਂਦਾ ਤਾਂ ਉਸ ਦੀ ਪ੍ਰਤੀਕਿਰਿਆ ਕੀ ਰਿਐਕਸ਼ਨ ਹੈ ਲਈ ਕੰਪਨੀ ਦੁਆਰਾ ਇਹ ਪੱਤਰ ਭੇਜਿਆ ਜਾਂਦਾ ਹੈ। ਇਸ ਵਿੱਚ ਜੇਕਰ ਸਮਾਯੋਜਨ ਪ੍ਰਤੀਕਿਰਿਆ ਗ੍ਰਾਹਕ ਦੇ ਪੱਖ ਵਿੱਚ ਹੋਵੇ ਤਾਂ ਪੱਤਰ ਗ੍ਰਾਹਕ ਪੱਖੀ ਹੁੰਦਾ ਹੈ ਅਤੇ ਜੇਕਰ ਗ੍ਰਾਹਕ ਦੇ ਪੱਖ ਵਿੱਚ ਨਾ ਹੋਵੇ ਤਾਂ ਪੱਤਰ ਤੱਤ ਰੂਪ ਵਿੱਚ ਹੋਣਾ ਚਾਹੀਦਾ, ਅਰਥਾਤ ਫੈਕਟਸ ਦੇ ਰੂਪ ਵਿੱਚ ਹੋਣਾ ਚਾਹੀਦਾ ਕਿ ਇਹਦੇ ਵਿੱਚ ਕਿਹੜੇ ਗੱਲਾਂ ਦੇ ਪੁਆਇੰਟ ਨੂੰ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਹ ਜਾਣਕਾਰੀ ਦੇਣ ਵਾਲਾ ਹੋਣਾ ਚਾਹੀਦਾ ਹੈ ਕਿ ਕੰਪਨੀ ਦੁਆਰਾ ਗਾਹਕ ਦੀ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਚੁੱਕਿਆ ਹੈ। ਨੈਕਸਟ ਕੁਐਸਚਨ ਹੈ ਪੱਤਰ ਲਿਖਣ ਲਈ ਕਿਸੇ 3 ਜ਼ਰੂਰੀ ਸ਼ਰਤਾਂ ਬਾਰੇ ਲਿਖੋ। ਸਭ ਤੋਂ ਪਹਿਲਾਂ ਇਸ ਕੁਐਸਚਨ ਦੇ ਵਿੱਚ ਆਪਾਂ ਕੀ ਕਰਾਂਗੇ ਕਿ ਇੱਕ ਵਪਾਰਕ ਪੱਤਰ ਲਿਖਣ ਲਈ ਕਿਹੜੀਆਂ ਸ਼ਰਤਾਂ ਦਾ ਧਿਆਨ ਰੱਖਣਾ ਚਾਹੀਦਾ, ਉਹਨਾਂ ਸਭ ਦਾ ਨੇਮ ਆਪਾਂ ਲਿਖਾਂਗੇ। ਫਿਰ ਉਸ ਤੋਂ ਬਾਅਦ ਆਪਾਂ ਕੋਈ 3 ਜ਼ਰੂਰੀ ਸ਼ਰਤਾਂ ਨੂੰ ਡਿਫਾਈਨ ਕਰਾਂਗੇ ਤਾਂ ਹੀ ਤੁਹਾਡੇ ਪੂਰੇ 3 ਮਾਰਕਸ ਆ ਸਕਦੇ ਹਨ। ਇੱਕ ਵਪਾਰਕ ਪੱਤਰ ਲਿਖਣ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਾਂ ਸ਼ਰਤਾਂ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਪਹਿਲਾ ਹੈ ਸਪਸ਼ਟਤਾ, ਦੂਜਾ ਹੈ ਸਾਦਾਪਨ, ਪ੍ਰਭਾਵ, ਸੰਬੰਧਿਤ ਸੂਚਨਾ, ਸੰਖੇਪ, ਸ਼ੁੱਧਤਾ, ਸੰਪੂਰਨ, ਅਨੁਕੂਲ, ਸ਼ਿਸ਼ਟਾਚਾਰ, ਬਾਹਰੀ ਕੁਆਲਿਟੀ। ਠੀਕ ਹੈ, ਇਹਨਾਂ ਦੇ ਵਿੱਚੋਂ ਜੋ ਤੁਹਾਨੂੰ 3 ਪੁਆਇੰਟ ਚੰਗੀ ਤਰ੍ਹਾਂ ਕਲੀਅਰ ਹਨ ਤੁਸੀਂ ਉਹਨਾਂ ਨੂੰ ਇਹਦੇ ਵਿੱਚੋਂ ਡਿਫਾਈਨ ਕਰਨਾ। ਆਪਾਂ ਹੁਣ ਸ਼ੁਰੂ ਕਰਦੇ ਹਾਂ ਇਹਨਾਂ ਨੂੰ 1 ਬਾਏ 1 ਡਿਫਾਈਨ ਕਰਨਾ। ਸਭ ਤੋਂ ਪਹਿਲਾਂ ਸਪਸ਼ਟਤਾ, ਅਰਥਾਤ ਇਸ ਅਨੁਸਾਰ ਵਪਾਰਕ ਪੱਤਰ ਵਿੱਚ ਸੰਦੇਸ਼ ਦੀ ਸਪਸ਼ਟਤਾ ਹੋਣੀ ਚਾਹੀਦੀ ਹੈ, ਭਾਵ ਸੰਦੇਸ਼ ਪੂਰੀ ਤਰ੍ਹਾਂ ਆਸਾਨ ਭਾਸ਼ਾ ਵਿੱਚ ਲਿਖਿਆ ਹੋਣਾ ਚਾਹੀਦਾ ਹੈ। ਉਸ ਦੇ ਵਿੱਚ ਟਿਪੀਕਲ ਵਰਡਾਂ ਦਾ ਜਿਹੜੇ ਔਖੇ ਸ਼ਬਦ ਹੁੰਦੇ ਹਨ ਉਹਨਾਂ ਦਾ ਪ੍ਰਯੋਗ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਜੋ ਪ੍ਰਾਪਤਕਰਤਾ ਤੇਜ਼ੀ ਨਾਲ ਅਤੇ ਆਸਾਨੀ ਨਾਲ ਸਮਝ ਸਕੇ। ਇਸ ਵਿੱਚ ਸੰਦੇਸ਼ ਵਿੱਚ ਕਿਸੇ ਕਿਸਮ ਦੀ ਅਸਪਸ਼ਟਤਾ ਤੋਂ ਬਚਣਾ ਚਾਹੀਦਾ, ਅਰਥਾਤ ਜੋ ਗੱਲ ਹੈ ਗੋਲ-ਮੋਲ ਨਹੀਂ ਕਰਨੀ ਚਾਹੀਦੀ, ਸਿੱਧੀ ਸਪਸ਼ਟ ਰੂਪ ਵਿੱਚ ਕਰਨੀ ਚਾਹੀਦੀ ਹੈ। ਦੂਜਾ ਪੁਆਇੰਟ ਹੈ ਸਾਦਾਪਨ। ਇਸ ਦੇ ਅਨੁਸਾਰ ਵਪਾਰਕ ਪੱਤਰ ਵਿੱਚ ਆਸਾਨ ਅਤੇ ਸਾਦੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪ੍ਰਾਪਤਕਰਤਾ ਦੀ ਜਾਣੋ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਅਰਥਾਤ ਜਿਸ ਨੂੰ ਤੁਸੀਂ ਪੱਤਰ ਭੇਜ ਰਹੇ ਹੋ ਉਹ ਵੀ ਉਸ ਭਾਸ਼ਾ ਦਾ ਜਾਣਕਾਰ ਹੋਣਾ ਚਾਹੀਦਾ ਹੈ। ਇਸ ਵਿੱਚ ਔਖੇ ਅਤੇ ਅਸਪਸ਼ਟ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਨੈਕਸਟ ਸ਼ਰਤ ਹੈ ਪ੍ਰਭਾਵ। ਕਿਸੇ ਵੀ ਵਪਾਰਕ ਪੱਤਰ ਨੂੰ ਲਿਖਣ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ ਅਤੇ ਪੱਤਰ ਲਿਖਣ ਸਮੇਂ ਇਸ ਉਦੇਸ਼ ਭਰਪੂਰ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਨਯੋਗ ਰੂਪ ਵਿੱਚ ਲਿਖਣਾ ਚਾਹੀਦਾ। ਅਰਥਾਤ ਜਦੋਂ ਵੀ ਕੋਈ ਪੱਤਰ ਇੱਕ ਕੰਪਨੀ ਦੁਆਰਾ ਆਪਣੇ ਗਾਹਕ ਨੂੰ ਜਾਂ ਗਾਹਕ ਦੁਆਰਾ ਕੰਪਨੀ ਨੂੰ ਲਿਖਿਆ ਜਾਂਦਾ ਹੈ ਜਾਂ ਕਿਸੇ ਵੀ ਸੰਸਥਾ ਦੁਆਰਾ ਦੂਜੀ ਸੰਸਥਾ ਨੂੰ ਲਿਖਿਆ ਜਾਂਦਾ ਹੈ ਤਾਂ ਉਸਦਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ ਅਤੇ ਇਹ ਜਿਹੜਾ ਉਦੇਸ਼ ਹੈ ਇਸ ਢੰਗ ਨਾਲ ਲਿਖਿਆ ਜਾਣਾ ਚਾਹੀਦਾ ਕਿ ਤੁਹਾਡਾ ਉਦੇਸ਼ ਪੂਰਾ ਹੋ ਸਕੇ, ਅਰਥਾਤ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਲਿਖਿਆ ਜਾਣਾ ਚਾਹੀਦਾ ਹੈ। ਭਾਵ ਅਜਿਹਾ ਸੰਦੇਸ਼ ਬਾਕੀ ਪੱਤਰ ਨਾਲੋਂ ਅਲੱਗ ਢੰਗ ਨਾਲ ਲਿਖਣਾ ਚਾਹੀਦਾ ਹੈ ਤਾਂ ਜੋ ਪ੍ਰਾਪਤਕਰਤਾ ਧਿਆਨ ਆਸਾਨੀ ਨਾਲ ਇਸ ਉੱਪਰ ਪੈ ਸਕੇ। ਨੈਕਸਟ ਕੁਐਸਚਨ ਕਰਦੇ ਹਾਂ 8th। ਵਪਾਰਕ ਪੱਤਰ ਦੇ ਕਿਸੇ 5 ਹਿੱਸਿਆਂ ਬਾਰੇ ਜਾਣਕਾਰੀ ਦਿਓ। उसके 5 हिस्सों बारे जानकारी देने तो पहला कि तुसीं की करना है उसके सारे हिस्सों के नाम जरूर लिखने हैं।
ਉਸਦੇ ਵਪਾਰਕ ਪੱਤਰ ਦੇ ਮੁੱਖ ਹਿੱਸੇ 10 ਹੁੰਦੇ ਹਨ। ਉਹ ਹਨ ਸਿਰਲੇਖ, ਮਿਤੀ, ਸੰਦਰਭ ਅੰਕ, ਪ੍ਰਾਪਤਕਰਤਾ ਦਾ ਪਤਾ, ਵਿਸ਼ਾ ਲਾਈਨ, ਅਭਿਨੰਦਨ, ਪੱਤਰ ਦਾ ਮੁੱਖ ਭਾਗ, ਪੂਰਕ ਅੰਤ, ਹਸਤਾਖਰ, ਨੱਥੀ। ਹੁਣ ਆਪਾਂ 1 ਬਾਏ 1 ਡਿਫਾਈਨ ਕਰਦੇ ਹਾਂ। ਪਹਿਲਾ ਪੁਆਇੰਟ ਹੈ ਸਿਰਲੇਖ। ਇਹ ਕਿਸੇ ਵੀ ਵਪਾਰਕ ਪੱਤਰ ਦਾ ਪਹਿਲਾ ਹਿੱਸਾ ਹੁੰਦਾ ਹੈ ਜਿਸ ਵਿੱਚ ਕੰਪਨੀ ਜਿਸ ਦੁਆਰਾ ਇਹ ਪੱਤਰ ਭੇਜਿਆ ਜਾ ਰਿਹਾ ਹੈ ਦੀ ਜਾਣਕਾਰੀ ਹੁੰਦੀ ਹੈ, ਅਰਥਾਤ ਜੋ ਕੰਪਨੀ ਇਸ ਨੂੰ ਲਿਖ ਰਹੀ ਹੈ ਉਸ ਦੀ ਜਾਣਕਾਰੀ ਹੁੰਦੀ ਹੈ। ਇਸ ਵਿੱਚ ਆਮ ਤੌਰ 'ਤੇ ਕੰਪਨੀ ਜਾਂ ਵਪਾਰਕ ਇਕਾਈ ਦਾ ਨਾਮ, ਪਤਾ, ਫ਼ੋਨ ਨੰਬਰ, ਈਮੇਲ ਆਈਡੀ, ਵੈਬਸਾਈਟ ਦਾ ਨਾਮ ਆਦਿ ਜਾਣਕਾਰੀ ਸ਼ਾਮਿਲ ਹੁੰਦੀ ਹੈ। ਸੈਕਿੰਡ ਪਾਰਟ ਹੈ ਦਾ ਮਿਤੀ। ਇਸ ਹਿੱਸੇ ਵਿੱਚ ਪੱਤਰ ਨੂੰ ਭੇਜਣ ਵਾਲੀ ਮਿਤੀ ਪਾਈ ਜਾਂਦੀ ਹੈ, ਅਰਥਾਤ ਜਦੋਂ ਇਹ ਪੱਤਰ ਲਿਖਿਆ ਜਾ ਰਿਹਾ ਹੈ ਅਤੇ ਇਹ ਪੱਤਰ ਦੇ ਸਟਾਈਲ ਅਨੁਸਾਰ ਖੱਬੇ ਜਾਂ ਸੱਜੇ ਪਾਸੇ ਲਿਖੀ ਜਾਂਦੀ ਹੈ। ਇਸ ਨੂੰ ਆਮ ਤੌਰ 'ਤੇ ਦੋ ਤਰੀਕਿਆਂ ਨਾਲ, ਜਿਵੇਂ 19 ਦਸੰਬਰ 2014 ਇਸ ਨੂੰ ਇੰਗਲਿਸ਼ ਸਟਾਈਲ ਕਿਹਾ ਜਾਂਦਾ ਹੈ, ਜਾਂ ਦਸੰਬਰ 19 2014 ਇਸ ਨੂੰ ਅਮਰੀਕਨ ਸਟਾਈਲ ਵਿੱਚ ਲਿਖਿਆ ਜਾਂਦਾ ਹੈ। ਅਰਥਾਤ ਇਸ ਨੂੰ ਜੋ ਮਿਤੀ ਲਿਖਣ ਦੇ ਦੋ ਤਰੀਕੇ ਹਨ, ਪਹਿਲਾ ਇੰਗਲਿਸ਼ ਸਟਾਈਲ, ਦੂਜਾ ਹੈ ਅਮਰੀਕਨ ਸਟਾਈਲ। ਤੀਜਾ ਪੁਆਇੰਟ ਹੈ ਸੰਦਰਭ ਅੰਕ। ਇਸ ਵਿੱਚ ਇਹ ਪੱਤਰ ਦਾ ਨੰਬਰ ਜਾਂ ਫਾਈਲ ਦਾ ਨੰਬਰ, ਵਿਭਾਗ ਦਾ ਨਾਮ ਜਿਸ ਦੁਆਰਾ ਪੱਤਰ ਭੇਜਿਆ ਜਾ ਰਿਹਾ ਹੈ ਅਤੇ ਸਾਲ ਦਰਜ ਕੀਤਾ ਜਾਂਦਾ ਹੈ। ਇਸ ਵਿੱਚ ਪੱਤਰ ਦਾ ਨੰਬਰ, ਫਾਈਲ ਦਾ ਨੰਬਰ ਕਿਸ ਫਾਈਲ ਦਾ ਹੈ ਅਤੇ ਵਿਭਾਗ ਕਿਹੜੇ ਡਿਪਾਰਟਮੈਂਟ ਵੱਲੋਂ ਇਹ ਪੱਤਰ ਲਿਖਿਆ ਜਾ ਰਿਹਾ ਹੈ, ਅਤੇ ਸਾਲ ਨਾਲ ਹੀ ਸਾਲ ਦਰਜ ਹੁੰਦਾ ਹੈ ਕਿ ਕਿਹੜੇ ਸਾਲ ਇਹ ਪੱਤਰ ਲਿਖਿਆ ਜਾ ਰਿਹਾ ਹੈ। ਇਸ ਨੰਬਰ ਕਿਸੇ ਵੀ ਪੱਤਰ ਦੀ ਪਹਿਚਾਣ ਕਰਨ ਵਿੱਚ ਬਹੁਤ ਸਾਰੀ, ਇਹ ਨੰਬਰ ਮੋਸਟਲੀ ਜੇ ਆਪਾਂ ਨੂੰ ਪੱਤਰ ਦੀ ਲੋੜ ਹੋਵੇ ਦੁਆਰਾ, ਤਾਂ ਇਹ ਪੱਤਰ ਨੰਬਰ ਰਾਹੀਂ ਆਪਾਂ ਉਸ ਪੱਤਰ ਨੂੰ ਦੁਆਰਾ ਪ੍ਰਾਪਤ ਕਰ ਸਕਦੇ ਹਾਂ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਚੌਥਾ ਪੁਆਇੰਟ ਹੈ ਪ੍ਰਾਪਤਕਰਤਾ ਦਾ ਪਤਾ, ਜਿਸ ਨੂੰ ਇਹ ਪੱਤਰ ਭੇਜਿਆ ਜਾ ਰਿਹਾ ਹੈ। ਇਸ ਵਿੱਚ ਉਸ ਵਿਅਕਤੀ ਜਾਂ ਸੰਸਥਾ ਦਾ ਨਾਮ ਅਤੇ ਪਤਾ ਲਿਖਿਆ ਜਾਂਦਾ ਹੈ ਜਿਸ ਨੂੰ ਇਹ ਪੱਤਰ ਭੇਜਿਆ ਜਾ ਰਿਹਾ ਹੈ। ਇਸ ਨੂੰ ਇਨਸਾਈਡ ਐਡਰੈਸ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਵਿੱਚ ਵਿਅਕਤੀ ਦੇ ਨਾਮ ਦੇ ਨਾਲ ਮਿਸਟਰ ਔਰ ਮਿਸਿਜ਼ ਆਦਿ, ਕੰਪਨੀ ਜਾਂ ਸੰਸਥਾ ਦੇ ਨਾਮ M/S ਅਤੇ ਕਿਸੇ ਪਦਵੀ ਦੇ ਨਾਮ ਵੀ ਲਿਖਿਆ ਜਾਣਾ ਚਾਹੀਦਾ ਹੈ। ਇਸ ਨੂੰ ਪੂਰਾ ਲਿਖਣਾ, ਮਤਲਬ ਜਿਹੜਾ ਪ੍ਰਾਪਤਕਰਤਾ ਦਾ ਐਡਰੈਸ ਹੈ ਉਸ ਨੂੰ ਫੁੱਲ ਲਿਖਣਾ ਚਾਹੀਦਾ, ਪੂਰਾ ਉਸ ਨੂੰ ਅਧੂਰਾ ਨਹੀਂ ਲਿਖਣਾ ਚਾਹੀਦਾ, ਨਹੀਂ ਤਾਂ ਜਿਹੜਾ ਪੱਤਰ ਹੈ ਉਹ ਸਹੀ ਥਾਂ 'ਤੇ ਨਹੀਂ ਪਹੁੰਚੇਗਾ। ਨੈਕਸਟ ਲਾਈਨ ਹੈ ਵਿਸ਼ਾ ਲਾਈਨ। ਇਸ ਵਿੱਚ ਉਸ ਵਿਸ਼ੇ ਬਾਰੇ ਜਿਸ ਨਾਲ ਸੰਬੰਧੀ ਪੱਤਰ ਲਿਖਿਆ ਜਾ ਰਿਹਾ, ਅਰਥਾਤ ਜਿਸ ਨੂੰ ਆਪਾਂ ਸਬਜੈਕਟ ਲਾਈਨ ਕਹਿ ਦਿੰਦੇ ਹਾਂ, ਉਹ ਲਿਖੀ ਜਾਂਦੀ ਹੈ ਕਿ ਇਹ ਪੱਤਰ ਕਿਸ ਵਿਸ਼ੇ ਨਾਲ, ਕਿਸ ਪਰਪਸ ਵਾਸਤੇ ਲਿਖਿਆ ਜਾ ਰਿਹਾ, ਉਹ ਲਾਈਨ ਸੰਖੇਪ ਦੇ ਵਿੱਚ ਲਿਖੀ ਜਾਂਦੀ ਹੈ ਤਾਂ ਜੋ ਪੱਤਰ ਪੜ੍ਹਨ ਤੋਂ ਪਹਿਲਾਂ ਹੀ ਪੱਤਰ ਪ੍ਰਾਪਤਕਰਤਾ ਨੂੰ ਇਹ ਪਤਾ ਲੱਗ ਜਾਏ ਇਹ ਪੱਤਰ ਕਿਸ ਨਾਲ ਸੰਬੰਧਿਤ ਹੈ। ਇਹ ਸੰਖੇਪ ਵਿੱਚ ਲਿਖਿਆ ਜਾਂਦਾ ਹੈ। ਕਈ ਵਾਰ ਇਸ ਨੂੰ ਪੱਤਰ ਵਿੱਚ ਲਿਖਿਆ ਵੀ ਨਹੀਂ ਜਾਂਦਾ, ਪਰੰਤੂ ਇਸ ਲਾਈਨ ਨੂੰ ਦੇਖ ਕੇ ਪ੍ਰਾਪਤਕਰਤਾ ਇੱਕੋ ਦਮ ਪੱਤਰ ਦੇ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਯੋਗ ਹੁੰਦਾ ਹੈ। ਮੋਸਟਲੀ ਲਿਖਿਆ ਜਾਂਦਾ, ਕਿਸੇ ਟਾਈਮ ਇਸ ਨੂੰ ਨਹੀਂ ਵੀ ਲਿਖਿਆ ਜਾਂਦਾ। ਠੀਕ ਹੈ, ਨੈਕਸਟ ਕੁਐਸਚਨ ਹੈ ਵਿਅਕਤੀਗਤ ਪੱਤਰ ਵਿਹਾਰ ਕੀ ਹੁੰਦਾ ਹੈ। ਪੱਤਰ, ਵਪਾਰਕ ਪੱਤਰ ਜਿਹੜੇ ਮੁੱਖ ਤੌਰ 'ਤੇ 3 ਤਰ੍ਹਾਂ ਦੇ ਹੁੰਦੇ ਹਨ, ਵਿਅਕਤੀਗਤ ਪੱਤਰ, ਸਰਕਾਰੀ ਪੱਤਰ ਅਤੇ ਵਪਾਰਕ ਪੱਤਰ। ਠੀਕ ਹੈ, ਵਿਅਕਤੀਗਤ ਪੱਤਰ ਵਿਹਾਰ ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ, ਇਹ ਪੱਤਰ ਰਿਸ਼ਤੇਦਾਰਾਂ, ਪਰਿਵਾਰ ਦੇ ਮੈਂਬਰਾਂ ਅਤੇ ਮਿੱਤਰਾਂ ਨੂੰ ਲਿਖੇ ਜਾਂਦੇ ਹਨ। ਮਤਲਬ ਇਹ ਵਿਅਕਤੀਗਤ ਹੁੰਦੇ ਹਨ, ਉਹ ਆਪਣੇ ਆਪਸ ਵਿੱਚ ਹੀ ਸੰਬੰਧਿਤ ਹੁੰਦੇ ਹਨ, ਇਹ ਸਰਕਾਰੀ ਜਾਂ ਵਪਾਰਕ ਨਾਲ ਸੰਬੰਧਿਤ ਨਹੀਂ ਹੁੰਦੇ। ਇਸ ਦੇ ਪੱਤਰ ਸਿਰਫ ਵਿਅਕਤੀਗਤ ਸੰਬੰਧਾਂ ਨਾਲ ਸੰਬੰਧਿਤ ਹੁੰਦੇ ਹਨ। ਇਸ ਦੀ ਭਾਸ਼ਾ ਵੀ ਮੁੱਖ ਤੌਰ 'ਤੇ ਵਿਅਕਤੀ ਦੀ ਵਿਅਕਤੀਗਤ ਸੰਬੰਧਾਂ 'ਤੇ ਨਿਰਭਰ ਕਰਦੀ ਹੈ। ਨੈਕਸਟ ਹੈ ਸਰਕਾਰੀ ਪੱਤਰ ਵਿਹਾਰ ਤੋਂ ਕੀ ਭਾਵ ਹੈ, ਨੋਟ ਲਿਖੋ। ਜਿਵੇਂ ਕਿ ਆਪਾਂ ਪਹਿਲੇ 9th ਕੁਐਸਚਨ ਦੇ ਵਿੱਚ ਕੀਤਾ ਸੀ, ਪਹਿਲਾ ਪੱਤਰ ਦੇ ਮੁੱਖ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਉਹ ਲਿਖਾਂਗੇ। 3 ਕਿਸਮਾਂ ਨੇ, ਵਿਅਕਤੀਗਤ ਪੱਤਰ, ਸਰਕਾਰੀ ਪੱਤਰ ਅਤੇ ਵਪਾਰਕ ਪੱਤਰ। ਠੀਕ ਹੈ, ਹੁਣ ਡਿਫਾਈਨ ਕਰਦੇ ਹਾਂ ਸਰਕਾਰੀ ਪੱਤਰ। ਸਰਕਾਰੀ ਪੱਤਰ ਵਿਹਾਰ ਉਸ ਨੂੰ ਕਹਿੰਦੇ ਹਨ ਜੋ ਸਰਕਾਰੀ ਵਿਭਾਗ ਦੂਜੇ ਵਿਭਾਗ ਨੂੰ ਲਿਖਦਾ ਹੈ, ਅਰਥਾਤ ਇੱਕ ਡਿਪਾਰਟਮੈਂਟ, ਮੰਨ ਲਓ ਇੱਕ ਸਕੂਲ, ਇੱਕ ਗੌਰਮੈਂਟ ਸਕੂਲ ਦੂਸਰੇ ਗੌਰਮੈਂਟ ਸਕੂਲ ਨੂੰ ਲਿਖ ਰਿਹਾ ਹੈ ਤਾਂ ਉਹ ਕੀ ਹੋ ਗਿਆ, ਸਰਕਾਰੀ ਪੱਤਰ ਵਿਹਾਰ। ਇਹ ਵਪਾਰਕ ਪੱਤਰ ਇੱਕ ਅਫਸਰ ਦੂਜੇ ਅਫਸਰ ਨੂੰ ਵੀ ਲਿਖ ਸਕਦਾ ਹੈ। ਇਸ ਵਿੱਚ ਕੋਈ ਵਿਅਕਤੀਗਤ ਗੱਲਾਂ ਦਰਜ ਨਹੀਂ ਕੀਤੀਆਂ ਜਾ ਸਕਦੀਆਂ, ਇਸ ਨਾਲ ਸਿਰਫ ਡਿਪਾਰਟਮੈਂਟਲ ਸੂਚਨਾ ਹੀ ਦਰਜ ਕੀਤੀ ਜਾਂਦੀ ਹੈ। ਇਸ ਪੱਤਰ ਦੇ ਸਭ ਪਹਿਲੂ ਅਤੇ ਸ਼ੈਲੀ ਪਹਿਲਾਂ ਹੀ ਨਿਯਤ ਹੁੰਦੇ ਹਨ, ਇਹਨਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਂਦੀ, ਅਰਥਾਤ ਪਹਿਲਾਂ ਹੀ ਸ਼ੈਲੀ ਕਿ ਕਿਹੜੀ ਸ਼ੈਲੀ ਦੇ ਵਿੱਚ ਇਸ ਨੂੰ ਲਿਖਣਾ ਹੈ, ਬਲੌਕ ਸ਼ੈਲੀ 'ਚ ਲਿਖਣਾ ਹੈ ਜਾਂ ਇੰਡੈਂਟ ਸ਼ੈਲੀ ਵਿੱਚ ਲਿਖਣਾ ਹੈ, ਕਿਸ ਤਰ੍ਹਾਂ ਦੀ ਸ਼ੈਲੀ ਵਿੱਚ ਲਿਖਣਾ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਸ਼ੈਲੀ ਵਾਲੀ ਵੀਡੀਓ ਨਹੀਂ ਦੇਖੀ, ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਸ ਦਾ ਲਿੰਕ ਪਾ ਦਿੱਤਾ ਗਿਆ, ਉਹ ਉੱਥੇ ਜਾ ਕੇ ਸ਼ੈਲੀ ਬਾਰੇ ਪੜ੍ਹ ਸਕਦੇ ਹਨ। ਇਸ ਪੱਤਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਭੇਜਣ ਲਈ ਸਰਕਾਰੀ ਟਿਕਟਾਂ ਦੀ ਵਰਤੋਂ ਕੀਤੀ ਜਾਂਦੀ ਹੈ। ਲਿਫਾਫੇ ਉੱਤੇ ਸਭ ਤੋਂ ਉੱਪਰ OIGS ਲਿਖਿਆ ਜਾਂਦਾ ਹੈ, ਜਿਸ ਦਾ ਅਰਥ ਹੈ ਔਨ ਇੰਡੀਆ ਗਵਰਨਮੈਂਟ ਸਰਵਿਸ। ਇਸ ਨਾਲ ਇਹ ਝੱਟ ਪਤਾ ਲੱਗ ਜਾਂਦਾ ਹੈ ਕਿ ਇੱਕ ਸਰਕਾਰੀ ਪੱਤਰ ਹੈ।
बेटे इसकी फुल फॉर्म OIGS जरूर याद कर लेना, 1 मार्क्स ਦੇ ਵਿੱਚ जरूर आ सकता है। नैक्सट क्वेश्चन है, एक ਵਪਾਰਕ पत्र ਵਿੱਚ व्याकरणिक अशुद्धियाँ नहीं होनियां चाहिए हैं, दसो। व्याकरणिक शुद्धियाँ जिथे मतलब कित्थे कोमा लगना है, कित्थे डंडी लगनी है, कित्थे कोमा इन्वर्टेड कोमा लगना है, कित्थे वो खत्म होना है, इन्हां गल्लां दा भी ध्यान रखना चाहिए है। जेकर उस दे विच व्याकरणिक गलतियां होणगियां तां पत्र दा अर्थ भी बदल सकता है। ठीक है, एक सुचुजे वपारक पत्र जिथे वधिया कागज़ से लिखिया ते टाइप किया होना चाहिए है, उत्थे इस विच व्याकरणिक अशुद्धियां भाषा विच बिंदियां टिप्पियां औंकड़ दुलैंकड़ की जिथे लोड़ होवे वरतों करनी चाहिए है, नहीं तो पत्र का भाव बदल जाएगा। अखर जोड़ों का खास ध्यान रखना चाहिए है तां जो वपारक पत्र का लोड़ींदा विषय ढुकवा ही रहे। अखर जोड़ अर्थात पूरी जिहड़ी लाइन है वो सही ढंग नाल बननी चाहिए है। वपारक पत्र लिखण लग्गियां सिर्फ एक पासे ही लिखो या टाइप करो। लिखण या टाइप करने तो पहला पत्र नूं एक बार पढ़ के गलतियां आदि विच शोध कर लो। जे मान लो एक पत्र कंप्लीट कर लिया तो तुसीं की कहना उस पत्र नूं लास्ट दे विच जरूर पढ़ लेना चाहे तां जो कि उसका गलत अर्थ ना निकले। वपारक पत्र नूं ड्राफ्टिंग करन दे 5 नियम, अर्थात वपारक पत्र नूं जदों लिखण लगे हो तो उसके किहड़े 5 नियम तुसीं ध्यान दे विच रखने हन। पत्र नूं लिखण दा उद्देश पहला निश्चित कर लेना चाहिए है। सब तो जदों तुसीं कोई पत्र लिखना है कि उस पत्र का उद्देश तुसीं वो पत्र लिख क्यों रहे हो वो पहला निश्चित कर लेना चाहिए है। दूजा पॉइंट, किस योजना तहत पत्र की ड्राफ्टिंग की जाए, अर्थात किस योजना का मतलब किहड़ी शैली का इहदे विच प्रयोग किया जाए। अजिही ड्राफ्टिंग करनी कि पढ़न वाले दे अजिही ड्राफ्टिंग इस तरह करनी कि पत्र दे सही होने का पता लग सके, यह पत्र सही है कि पढ़ने वाले तो इसका वधिया प्रभाव पवे। सॉरी, पॉइंट लिखना रह गया। पत्र नूं अजिहे ढंग नाल लिखिया जाए कि अगला पढ़ के पूरा उद्देश्य समझ सके। अजिही ड्राफ्टिंग करनी कि पढ़न वाले ते इसका पॉजिटिव इफैक्ट पवे। उरे लिखना सी कि इसका पॉजिटिव इफैक्ट पवे। सॉरी मंगदी हाँ, इस पॉइंट लिए कि पॉइंट अधूरा रह गया। ठीक है, पर मैं तुहानूं डिफाइन करता तो तुसीं इसनूं कापी उत्ते नोटबुक उत्ते अपना उतार सकते हो। थैंक यू फॉर वाचिंग माई वीडियो। होप सो तुहानूं मेरी वीडियो समझ आई होगी, क्लीयर हो चुके होंगे टॉपिक। जे नहीं क्लीयर होए, कोई अधूरापन रह गया है तो तुसीं कमेंट बॉक्स के विच मैनूं पूछ सकते हो। इस तो बाद नैक्सट वीडियो होगी 5 मार्क्स की इस चैप्टर की, जो तुहानूं मैं जल्द तो जल्द भेज दूँगी। थैंक यू स्टूडेंट्स वॉचिंग फॉर माई चैनल। प्लीज़ लाइक शेयर सब्सक्राइब माई चैनल। थैंक यू स्टूडेंट्स, बाय बाय।